फिर ਗਿਆਨ ਦੀਆਂ ਗੱਲਾਂ ਸੁਣਨ ਵਾਲੇ ਬਹੁਤ ਲੋਕ ਹਨ ਤੇ ਐਸੇ ਲੋਕਾਂ ਨੂੰ ਕੀ ਗਿਆਨ ਦੀ ਗੱਲ ਸੁਣਾਈ ਜਾਏ। ਅਬ ਕਿਆ ਕਥੀਏ ਕਿ ਉਹਨਾਂ ਨੂੰ ਕੀ ਦੱਸੀਏ ਕਿ ਕੀ ਕਰਨਾ ਚਾਹੀਦਾ। ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਆ, ਜਿਵੇਂ ਦੋ ਤਰੀਕੇ ਮਹਾਰਾਜ ਨੇ ਦੱਸੇ ਆ ਕਿ ਇੱਕ ਤਾਂ ਹੁੰਦਾ ਕਿ ਮੂਰਖ ਸਿਉ ਨਾ ਲੁੱਝੀਏ, ਕਿ ਮੂਰਖ ਬੰਦੇ ਨਾਲ ਝਗੜਾ ਖੜਾ ਨਾ ਕਰੋ, ਆਪਣਾ ਆਪ ਬਚਾਓ ਕਿ ਉਹਨੇ ਗੱਲ ਤਾਂ ਮੰਨਣੀ ਨਹੀਂ। ਤੇ ਮੂਰਖ ਦਾ ਕੰਮ ਹੁੰਦਾ ਕਿ ਉਹ ਤੁਹਾਡਾ ਨੁਕਸਾਨ ਕਰ ਦੇਗਾ, ਕਿ ਉਹ ਤੁਹਾਡਾ ਦੁਸ਼ਮਣ ਬਣ ਜਾਏਗਾ, ਬਿਨਾਂ ਵਜ੍ਹਾ ਤੋਂ ਤੁਹਾਡਾ ਨੁਕਸਾਨ ਕਰੇਗਾ। ਕੋਸ਼ਿਸ਼ ਕਰੋ ਕਿ ਉਹਦੇ ਨਾਲ ਉਲਝੋ ਨਾ, ਉਹ ਜਿੱਥੇ ਟਿਕਿਆ ਉੱਥੇ ਟਿਕਿਆ ਰਹਿਣ ਦਿਓ, ਕਿਉਂਕਿ ਉਹ ਤੁਹਾਡੇ ਗਿਆਨ ਦੀ ਗੱਲ ਨਹੀਂ ਸੁਣੇਗਾ, ਨਹੀਂ ਸੁਣਦਾ ਉਹ ਕਿਸੇ ਦੀ ਗੱਲ, ਭਾਵੇਂ ਕੋਈ ਵੀ ਸਮਝਾਵੇ ਉਹਨੂੰ। ਗੁਰੂ ਅਰਜਨ ਦੇਵ ਮਹਾਰਾਜ ਜੀ ਜੇ ਸਮਝਾਉਂਦੇ ਤੇ ਚੰਦੂ ਸਮਝ ਜਾਂਦਾ, ਉਹਨੇ ਸਮਝਣਾ ਹੀ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਜਹਾਂਗੀਰ ਨੂੰ ਜੇ ਗੱਲ ਕਹਿੰਦੇ ਤੇ ਜਹਾਂਗੀਰ ਮੰਨ ਜਾਂਦਾ, ਨਹੀਂ ਉਹਨਾਂ ਮੰਨਣਾ ਹੀ ਨਹੀਂ, ਕਿਉਂਕਿ ਉਹਨਾਂ ਨੇ ਇੱਕ ਅੜੀ ਰੱਖ ਲਈ ਹੈ। ਜਹਾਂਗੀਰ ਨੇ, ਚੰਦੂ ਨੇ, ਸਕੇ ਭਰਾ ਪਿੱਛੀ ਚੰਦ ਨੇ ਕਿ ਗੁਰੂ ਅਰਜਨ ਦੇਵ ਮਨ ਤੱਤੀ ਤਵੀ ਤੇ ਬਿਠਾਉਣਾ ਹੀ ਬਿਠਾਉਣਾ, ਗੁਰੂ ਅਰਜਨ ਦੇਵ ਨੇ ਸਿਰ 'ਚ ਰੇਤਾ ਪਾਉਣਾ ਹੀ ਪਾਉਣਾ, ਉਹਨਾਂ ਨੂੰ ਦੇਗਾਂ 'ਚ ਬਾਲਣਾ ਹੀ ਬਾਲਣਾ ਤੇ ਤਸੀਹੇ ਦੇ ਦੇ ਕੇ ਮਾਰਨਾ ਹੀ ਮਾਰਨਾ। ਜਿਨ੍ਹਾਂ ਨੇ ਇਹ ਗੱਲ ਠਾਣ ਲਈ ਹੈ ਕਿ ਕਰਨਾ ਹੀ ਕਰਨਾ, ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਗਿਆਨ ਦੀ ਗੱਲ ਸੁਣਾਉਣਗੇ ਉਹਨਾਂ ਨੂੰ, ਕੀ ਸਮਝਾਉਣਗੇ ਉਹਨਾਂ ਨੂੰ? ਉਹ ਸਮਝਾਇਆ ਸਮਝਣਗੇ? ਨਹੀਂ ਸਮਝਦੇ। ਜਦੋਂ ਉਹ ਨਹੀਂ ਸਮਝੇ ਗਿਆਨ ਦੀਆਂ ਗੱਲਾਂ ਸੁਣ ਕੇ, ਤਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਿਰ ਸ਼ਸਤਰ ਫੜਿਆ, ਘੋੜੇ ਰੱਖੇ, ਹਥਿਆਰ ਰੱਖੇ ਤੇ ਕਿਹਾ ਹੁਣ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦੀ ਦਾ ਬਦਲਾ ਲਿਆ ਜਾਏਗਾ। 14 ਵਰ੍ਹੇ ਦੀ ਉਮਰ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਾਲ ਤੱਕ ਸਿਰਜਣਾ ਕਰਕੇ ਸ਼ਸਤਰਾਂ ਦੇ ਘੋੜਿਆਂ ਦੀ ਮੰਗ ਕੀਤੀ। ਹੁਣ ਕੀ ਸੀਗਾ? ਮੂਰਖ ਗੰਢ ਪਵੈ ਮੋਹ ਮਾਰ, ਕਿ ਮੂਰਖ ਬੰਦੇ ਨੂੰ ਹੁਣ ਮਾਰ ਹੀ ਮਾਰੀ ਜਾਵੇਗੀ, 4 ਛੱਤਰ ਹੀ ਮਾਰੇ ਜਾਣਗੇ, ਜੁੱਤੀਆਂ ਹੀ ਮਾਰੀਆਂ ਜਾਣਗੀਆਂ, ਤਦ ਉਹ ਗੱਲ ਮੰਨੇਗਾ ਨਹੀਂ ਤੇ ਮੰਨੇਗਾ ਨਹੀਂ ਗੁਰੂ ਘਰ ਦੇ ਜ਼ੋਰ ਨੂੰ, ਉਹ ਜਾਣੇਗਾ ਨਹੀਂ। ਹੁਣ ਗੁਰੂ ਆਪਣਾ ਜ਼ੋਰ ਵਿਖਾਏਗਾ ਕਿ ਹੁਣ ਤੱਕ ਤਾਂ ਅਸੀਂ ਸ਼ਾਂਤੀ ਰੱਖੀ, ਨਿਮਰਤਾ ਰੱਖੀ, ਕੁਝ ਨਹੀਂ ਕਹਿਣਾ, ਦੁਸ਼ਮਣ ਜੋ ਕਰਦਾ ਹੈ ਕਰ ਦੋ, ਇਹਦੇ ਨਾਲ ਉਲਝਣਾ ਨਹੀਂ ਹੈ, ਇਹ ਗੁਰੂ ਘਰ ਦਾ ਨੁਕਸਾਨ ਕਰੇਗਾ। ਪਰ ਇੰਨਾ ਨੁਕਸਾਨ ਕਿ ਗੁਰੂ ਅਰਜਨ ਦੇਵ ਮਹਾਰਾਜ ਨੂੰ ਹੀ ਖਤਮ ਕਰ ਦਿੱਤਾ ਗਿਆ ਸਰੀਰ ਕਰਕੇ ਤਸੀਹੇ ਦੇ ਕੇ। ਤੇ ਗੁਰੂ ਹਰਗੋਬਿੰਦ ਸਾਹਿਬ ਇਹ ਸ਼ਸਤਰ ਚੁੱਕੇ, ਉਸੇ ਚੰਦੂ ਦੇ ਨੱਕ 'ਚ ਨੱਥ ਪਾਈ, ਉਸੇ ਚੰਦੂ ਨੂੰ ਫਿਰ ਜੁੱਤੀਆਂ ਮਰਵਾਈਆਂ, ਉੱਥੋਂ ਹੀ ਲਿਹੌਰੋਂ ਲਿਆਂਦਾ ਤੇ ਉੱਥੇ ਹੀ ਕਰਛੇ ਨਾਲ ਮਾਰਿਆ ਗਿਆ। ਇਹ ਦੋ ਤਰੀਕੇ ਨੇ ਸਾਡੇ ਸਿੱਖ ਕੌਮ ਦੇ ਕੰਮ ਕਰਨ ਦੇ। ਇੱਕ ਤਾਂ ਅਸੀਂ ਇਹ ਤਰੀਕਾ ਵਰਤਦੇ ਹਾਂ ਕਿ ਨਿਮਰਤਾ ਨਾਲ ਗੱਲ ਬਣ ਜੇ, ਕਿ ਜਦੋਂ ਸਰਕਾਰਾਂ ਧੱਕਾ ਕਰਦੀਆਂ ਨੇ, ਸ਼ੁਰੂ ਤੋਂ ਸਾਡਾ ਇਤਿਹਾਸ ਹੈ, ਅਸੀਂ ਫਿਰ ਧਰਨੇ ਲਾਉਂਦੇ ਹਾਂ, ਸ਼ਾਂਤਮਈ ਰੋਸ ਕਰਦੇ ਹਾਂ, ਇਕੱਠੇ ਹੋ ਕਰਕੇ ਕਹੀਦਾ ਕਿ ਇਹ ਸਰਕਾਰ ਆਪਣਾ ਫੈਸਲਾ ਵਾਪਸ ਲਏ, ਸਰਕਾਰ ਧੱਕਾ ਨਾ ਕਰੇ। ਅਸੀਂ ਕਈ ਵਾਰੀ ਵਿਰੋਧ ਕਰਦੇ ਹਾਂ, ਸਤਿਨਾਮ ਵਾਹਿਗੁਰੂ ਦਾ ਜਾਪ ਜਪਦੇ ਹਾਂ, ਫਿਰ ਕੀ ਮੂਰਖ ਮੰਨਦੇ ਹੀ ਨਹੀਂ ਗੇ। ਜਿਵੇਂ ਉਹਨਾਂ ਦਿਨਾਂ 'ਚ ਇੰਦਰਾ ਗਾਂਧੀ ਨਹੀਂ ਸੀ ਮੰਨਦੀ ਕਿ ਮਹਾਂਪੁਰਖਾਂ ਨੇ ਇਹ ਗੱਲ ਕਹੀ ਸੀ, ਵਿਸਾਖੀ ਦਾ ਦਿਨ ਹੈ, ਅੰਮ੍ਰਿਤਸਰ ਹੈ, ਸਾਰੀ ਸਿੱਖ ਕੌਮ ਦਰਬਾਰ ਸਾਹਿਬ ਵਿਸਾਖੀ ਮਨਾਉਣ ਆਈ ਹੈ, ਤੇ ਨਿਰੰਕਾਰੀਆਂ ਨੂੰ ਤੁਸੀਂ ਡੇਰਾ ਲਾ ਦਿੱਤਾ ਵਿਸਾਖੀ ਵਾਲੇ ਦਿਨ, ਤੇ ਉਹ ਬੰਦਾ ਗੁਰੂ ਕਾ ਪ੍ਰਚਾਰ ਕੂੜ ਕਰ ਰਿਹਾ, ਕੂੜ ਪ੍ਰਚਾਰ ਕਰਦਾ, ਉਹਨੂੰ ਰੋਕਿਆ ਜਾਏ। ਮੰਜੀ ਸਾਹਿਬ ਤੋਂ ਇਹ ਗੱਲ ਕਹੀ, ਤੁਮਰਾ ਨੰਗਲ ਨੇ ਅੱਗੋਂ ਇਹ ਗੱਲ ਕਹੀ ਕਿ ਨਹੀਂ ਜੀ, ਉਹ ਸੈਂਟਰ ਸਰਕਾਰ ਤੋਂ ਆਗਿਆ ਲੈ ਕੇ ਆਇਆ, ਪੰਜਾਬ ਸਰਕਾਰ ਨਹੀਂ ਰੋਕ ਸਕਦੀ। ਤਾਂ ਸਿੱਖ ਸ਼ਾਂਤਮਈ ਧਰਨਾ ਹੀ ਲਾਉਣ ਗਏ ਸਨ ਕਿ ਇਹ ਅਸੀਂ ਜੀ ਸੜਕ ਜਾਮ ਕਰ ਦੇਵਾਂਗੇ, ਇਹ ਕੰਮ ਹੋਣ ਨਹੀਂ ਦੇਵਾਂਗੇ। ਤੇ ਅੱਗੋਂ ਗੋਲੀਆਂ ਮਾਰ ਕੇ ਅਗਲਿਆਂ ਨੇ ਮਾਰ ਦਿੱਤਾ। ਜਦੋਂ 13 ਸਿੰਘ ਸ਼ਹੀਦ ਹੋ ਗਏ, ਹੋਰ ਫੱਟੜ ਹੋ ਗਏ, ਫਿਰ ਸੰਤਾਂ ਨੇ ਕਿਹਾ ਕਿ ਹੁਣ ਸ਼ਾਂਤੀ ਖਤਮ, ਹੁਣ ਇਹਨਾਂ 13 ਦਾ ਬਦਲਾ ਲਿਆ ਜਾਵੇਗਾ ਪਹਿਲਾਂ, ਤੇ ਸੰਸਕਾਰ ਉਦੋਂ ਕੀਤਾ ਜਾਏਗਾ, ਪਹਿਲਾਂ ਬਦਲਾ ਲਿਆ ਜਾਣਾ ਸੀ ਲੈਣਾ। ਤੋ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਸਾਡੇ ਵਿੱਚ ਹੁੰਦੀਆਂ, ਫਿਰ ਮਹਾਂਪੁਰਖਾਂ ਨੇ ਅਰਦਾਸ ਕੀਤੀ। ਚਲੋ ਫਿਰ ਉਹ ਨਰਕ ਧਾਰੀਆ ਭਾਈ ਰਣਜੀਤ ਸਿੰਘ ਕਾਲ ਦਾ ਜਥੇਦਾਰ ਰਹੇ ਤੇ ਭਾਈ ਕਾਬਲ ਸਿੰਘ ਹੋਣਾ ਨੇ ਉਹ ਗੱਡੀ ਚਾੜਿਆ, ਪਰ ਪਹਿਲਾਂ ਤਾਂ ਕਿਸੇ ਨੂੰ ਕੁਝ ਨਹੀਂ ਕਿਹਾ ਗਿਆ। ਰਾਮ ਰਹੀਮ ਨੂੰ ਅਸੀਂ ਹੁਣ ਤੱਕ ਕੀ ਕਹਿਤਾ? ਅਸੀਂ ਵਿਰੋਧ ਹੀ ਕਰਦੇ ਹਾਂ ਨਾ, ਸ਼ਾਂਤਮਈ ਤਰੀਕੇ ਨਾਲ ਕਿ ਗਲਤ ਹੋ ਰਿਹਾ ਹੈ, ਨਾ ਗਲਤ ਹੋਵੇ। ਜਦੋਂ ਅਸੀਂ ਪਹਿਲਾ ਤਰੀਕਾ ਵਰਤਦੇ ਹਾਂ ਕਿ ਅਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ, ਗਿਆਨ ਦੁਆਰਾ, ਕਥਾ ਦੁਆਰਾ ਸਮਝਾਈਦਾ ਹੈ। ਮੈਂ ਕੱਲ ਪਰਸੋਂ ਵੀ ਗਿਆਨੀ ਪਿੰਦਰਪਾਲ ਸਿੰਘ ਦੀ ਕਥਾ ਸੁਣ ਰਿਹਾ ਸੀ,
ਉਹ ਵੀ ਕੁਝ ਕਹਿਣਾ ਚਾਹੁੰਦੇ ਸਨ ਕਿ ਸਰਕਾਰਾਂ ਇਸ ਤਰ੍ਹਾਂ ਨਾ ਹਜ਼ੂਰ ਸਾਹਿਬ ਨੂੰ ਬਦਨਾਮ ਕਰਨ, ਪਰ ਉਹ ਜ਼ੁਬਾਨ ਦੱਬਦੇ ਸਨ। ਕਿਉਂਕਿ ਤੁਹਾਨੂੰ ਪਤਾ ਕਿਉਂ ਦੱਬਦੇ ਸਨ? ਉਹਨਾਂ ਨੇ ਪਹਿਲਾਂ ਜਦੋਂ ਗੱਲ ਕਹੀ ਸੀ ਤੇ ਉਦੋਂ ਉਹਨੂੰ ਸ਼੍ਰੋਮਣੀ ਕਮੇਟੀ ਨੇ ਉਹਨਾਂ ਦੀ ਵੀ ਬੰਦ ਕਰਤੀ ਸੀ ਕਥਾ, ਉਹਨਾਂ ਨੂੰ ਵੀ ਬਾਹਰ ਬੈਗ ਚੁਕਾ ਦਿੱਤਾ ਸੀ, ਰਾਤੋਂ ਰਾਤ ਕਿਹਾ ਸੀ ਕਮਰਾ ਛੱਡ ਜਾਓ। ਇਸ ਤਰ੍ਹਾਂ ਦਾ ਜ਼ੋਰ ਪੈਂਦਾ ਹੈ, ਸਿਆਸੀ ਲੋਕ ਪਾ ਦਿੰਦੇ। ਤੋ ਜਿਹੜਾ ਬੰਦਾ ਹੁੰਦਾ ਸਿਆਣਾ ਗਿਆਨੀ, ਉਹ ਉਤਨੀ ਕੁ ਗਿਆਨ ਦੀ ਗੱਲ ਕਰਦਾ ਹੈ ਕਿ ਮੂਰਖਾਂ ਨਾਲ ਉਲਝਿਆ ਨਾ ਜਾਏ। ਜੇ ਬਹੁਤਾ ਸੱਚ ਬੋਲਿਆ ਤੇ ਇਹਨਾਂ ਨੇ ਮੇਰੇ ਵੈਰ ਪੈ ਜਾਣਾ। ਉਹ ਨਹੀਂ ਗੱਲ ਕਰਦਾ, ਜਾਣਦਾ ਹੈ ਕਿ ਸਭ ਕੁਝ ਹੈ। ਤੇ ਬੁੱਲੇ ਸ਼ਾਹ ਨੂੰ ਵੀ ਗਿਆਨ ਹੈ ਰੱਬ ਦਾ, ਪਰ ਉਹ ਕਹਿੰਦਾ ਹੈ ਜੇ ਆਖਾਂ ਸੱਚ ਦੇ ਤਾਈਂ ਕਿ ਸੱਚ ਆਖਾਂ ਤਾਂ ਭਾਂਬੜ ਮੱਚਦਾ ਹੈ, ਜੇ ਨਾ ਆਖਾਂ ਤਾਂ ਕੁਝ ਨਹੀਂ ਬਚਦਾ ਹੈ। ਕਿ ਸੱਚ ਬੋਲਣਾ ਪੈਂਦਾ ਸਮੇਂ ਮੁਤਾਬਕ। ਸੱਚ ਸੁਣਾਇਆ ਸੀ ਸੱਚ ਕੀ ਬੇਲਾ। ਜਦੋਂ ਸੱਚ ਆ, ਸੱਚ ਦੀ ਗੱਲ ਕਰੋ, ਅੱਗੋਂ ਪਿੱਛੋਂ ਗੱਲਾਂ ਕਰਨ ਦਾ ਕੀ ਫਾਇਦਾ। ਤੋ ਜਦੋਂ ਜ਼ੁਲਮ ਹੁੰਦਾ ਹੋਏ ਉਦੋਂ ਜ਼ੁਲਮ ਦਾ ਵਿਰੋਧ ਕਰੋ, ਅੱਗੋਂ ਪਿੱਛੋਂ ਕੀਰਨੇ ਪਾਉਣ ਦਾ ਕੀ ਫਾਇਦਾ ਕਿ ਮਾਰੇ ਗਏ ਤੇ ਲੁੱਟੇ ਗਏ। ਜਦੋਂ ਸੱਚ ਦੀ ਗੱਲ ਕਰਨੀ ਉਦੋਂ ਕਰਨੀ ਚਾਹੀਦੀ। ਤੋ ਸਰਕਾਰਾਂ ਜਦੋਂ ਜ਼ੁਲਮ ਕਰਦੀਆਂ ਨੇ ਉਦੋਂ ਕੋਸ਼ਿਸ਼ ਹੁੰਦੀ ਹੈ ਸਿੱਖਾਂ ਦੀ, ਗਿਆਨੀਆਂ ਦੀ, ਮਹਾਂਪੁਰਖਾਂ ਦੀ, ਜਿਹੜੇ ਸੱਚ ਬੋਲਣਾ ਜਾਣਦੇ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੁਆਰਾ ਸਮਝਾਉਂਦੇ ਹੈ। ਪਰ ਜਿਹੜੇ ਲੋਕ ਕਹਿੰਦੇ ਅਸੀਂ ਗੁਰਬਾਣੀ ਨੂੰ ਮੰਨਦੇ ਨਹੀਂ, ਪਹਿਲੀ ਗੱਲ ਤੇ ਔਰੰਗਜ਼ੇਬ ਵੀ ਸਹੁੰਆਂ ਖਾਂਦਾ, ਕੀ ਉਹ ਧਰਮ ਨੂੰ ਮੰਨਦਾ? ਨਹੀਂ ਮੰਨਦਾ। ਪਹਾੜੀਏ ਰਾਜੇ ਸਹੁੰਆਂ ਖਾਂਦੇ, ਕੀ ਉਹ ਧਰਮ ਨੂੰ ਮੰਨਦੇ? ਨਹੀਂ ਮੰਨਦੇ। ਦੂਸਰੇ ਪਾਸੇ ਅੱਜ ਕੱਲ੍ਹ ਕਦੇ ਮੰਤਰੀ ਜਿਹੜੇ ਆ ਵੀ ਗੁੜਕੇ ਫੜ ਕੇ ਸਹੁੰਆਂ ਖਾ ਜਾਂਦੇ, ਕੀ ਮੰਨਦੇ? ਮੰਨਦੇ ਹੀ ਨਹੀਂ। ਤੇ ਜਦੋਂ ਮੰਨਦੇ ਨਹੀਂ ਹੈ ਤੇ ਉਹਨਾਂ ਨੂੰ ਕੀ ਗਿਆਨ ਸੁਣਾਵਾਂਗੇ, ਕੀ ਕਥਾ ਕਰਾਂਗੇ ਉਹਨਾਂ ਵਾਸਤੇ? ਤਾਂ ਕਬੀਰ ਜੀ ਕਹਿੰਦੇ ਅਬ ਕਿਆ ਕਥੀਏ ਗਿਆਨ ਵਿਚਾਰਾ। ਮੈਂ ਕੀ ਗਿਆਨ ਦੀ ਗੱਲ ਦੱਸਾਂ, ਕੀ ਲੋਕਾਂ ਨੂੰ ਸਮਝਾਵਾਂ ਜਿਹੜੇ ਲੋਕ ਕਹਿੰਦੇ ਮੰਨਣਾ ਹੀ ਨਹੀਂ। ਤੇ ਜਿਨ੍ਹਾਂ ਨੇ ਮੰਨਣਾ ਹੀ ਨਹੀਂ ਉਹਨਾਂ ਵਾਸਤੇ ਫਿਰ ਹੁੰਦਾ ਕਿ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਖਾਓ, ਖੇਡ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾ। ਕਿ ਹੁਣ ਜੂਝਣਾ ਪਵੇਗਾ, ਲੜਨਾ ਪਵੇਗਾ, ਮਰਨਾ ਪਵੇਗਾ। ਇਹ ਮੂਰਖ ਗੱਲਾਂ ਨਾਲ ਨਹੀਂ ਸੁਧਰਨ ਵਾਲੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਕੁਰਬਾਨੀ ਦਿੱਤੀ ਕਿ ਔਰੰਗਜ਼ੇਬ ਗੱਲ ਮੰਨ ਗਿਆ, ਜ਼ੁਲਮ ਤਾਂ ਉਸੇ ਤਰ੍ਹਾਂ ਰਿਹਾ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਸਾਜਿਆ ਤੇ ਫਿਰ ਲੜਨਾ ਸ਼ੁਰੂ ਕਰ ਦਿੱਤਾ। ਜੂਝਣ ਦਾ ਟਾਈਮ ਸੀ, ਜੂਝੇ ਮਹਾਰਾਜ ਜੀ। ਤੋ ਇਸੇ ਤਰ੍ਹਾਂ ਹੀ ਹੁੰਦਾ ਹੈ। ਕਬੀਰ ਜੀ ਕਹਿੰਦੇ ਗਿਆਨ ਦਾ ਅਸਰ ਉਸ ਬੰਦੇ ਦੇ ਉੱਪਰ ਹੁੰਦਾ ਹੈ ਜਿਹੜਾ ਸੁਧਰਨਾ ਚਾਹੁੰਦਾ ਹੈ ਤਾਂ ਉਂਝ ਭੁੱਲਿਆ ਹੋਵੇ। ਦੇਖੋ ਜਿਹੜਾ ਬੰਦਾ ਭੁੱਲਿਆ ਉਹਨੂੰ ਸਮਝਾਇਆ ਜਾ ਸਕਦਾ, ਜਿਹੜਾ ਬੰਦਾ ਘੇਸਲਾ ਹੋਵੇ ਉਹਨੂੰ ਕੀ ਸਮਝਾਏ ਬੰਦਾ? ਕਿ ਜਾਣ ਬੁੱਝ ਕੇ ਘੇਸ ਮਾਰ ਹੀ ਜਾਵੇ ਕਿ ਮੈਨੂੰ ਕੋਈ ਸਮਝ ਹੀ ਨਹੀਂ, ਸਮਝ ਉਹਨੂੰ ਸਾਰੀ ਹੁੰਦੀ। ਹੁਣ ਅਸੀਂ ਘੇਸ ਲਈਏ ਨਾ, ਇਹ ਤਾਂ ਸਾਨੂੰ ਪਤਾ ਕਿ ਨਸ਼ਾ ਕੀ ਹੈ ਤੇ ਅੰਮ੍ਰਿਤ ਕੀ ਹੈ, ਸਾਨੂੰ ਵੀ ਪਤਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਸੱਚ ਬਾਰੇ ਜਾਣਦਿਆਂ ਹੋਵੇ ਸਾਨੂੰ ਕੋਈ ਪਤਾ ਨਹੀਂ ਜੀ, ਤੇ ਝੂਠੀਆਂ ਗੱਲਾਂ ਗੰਢੀ ਜਾਂਦੇ ਸਾਰੇ ਲੋਕ। ਤਾਂ ਇਹ ਘੇਸਲਾਪਨ ਹੈ। ਤਾਂ ਲੋਕ ਘੇਸਰੇ ਹੋ ਜਾਂਦੇ ਆ, ਸ਼ਹਿ ਮਾਰ ਜਾਂਦੇ ਆ, ਸੱਚ ਦਾ ਮੁਕਾਬਲਾ ਨਹੀਂ ਕਰ ਪਾਉਂਦੇ। ਤਾਂ ਕਈ ਲੋਕ ਜਿਹੜੇ ਘੇਸਰੇ ਹੋ ਜਾਣ ਉਹ ਗੱਲਾਂ ਨਾਲ ਨਹੀਂ ਸੁਧਰਦੇ ਹੁੰਦੇ, ਉਹ ਆਪਣੀ ਮਨਮਰਜ਼ੀ ਕਰਦੇ ਆ। ਤਾਂ ਜਿਹੜੇ ਮਨਮਰਜ਼ੀ ਦੇ ਮਾਲਕ ਹੁੰਦੇ ਉਹੀ ਨੁਕਸਾਨ ਕਰਦੇ ਆ ਦੁਨੀਆ ਵਿੱਚ। ਜੋ ਗੁਰੂ ਦੀ ਮਰਜ਼ੀ ਮੁਤਾਬਕ ਚੱਲਦੇ ਉਹ ਕਦੀ ਨੁਕਸਾਨ ਨਹੀਂ ਕਰਦੇ। ਉਹਦੇ ਸਰਬੱਤ ਦਾ ਭਲਾ ਲੋਚਦੇ, ਕਿਵੇਂ ਭਲਾ ਹੋਵੇ? ਉਹ ਕਹਿੰਦੇ ਸਰਬੱਤ ਦਾ ਭਲਾ ਕਰਨਾ ਹੈ, ਦੇਗ ਨਾਲ ਭਲਾ ਹੋਵੇਗਾ ਕਿ ਤੇਗ ਨਾਲ ਭਲਾ ਹੋਵੇਗਾ? ਦੋ ਤਰੀਕੇ ਹੈ। ਗੁਰੂ ਗੋਬਿੰਦ ਸਿੰਘ ਨੇ ਕਿਹਾ ਦੇਗ ਤੇਗ ਜਗ ਮੈਂ ਦੋ ਚੱਲੇ, ਕਿ ਦੇਗ ਤੇ ਤੇਗ ਜਗਤ ਵਿੱਚ ਦੋਨੋਂ ਚੱਲਦੀਆਂ ਨੇ। ਕਿ ਖਾਲਸਾ ਇਹ ਸੋਚਦਾ ਕਿ ਸਰਬੱਤ ਦੇ ਭਲੇ ਵਾਸਤੇ ਦੇਗ ਚਲਾਈ ਜਾਵੇ, ਭਾਵ ਕਿ ਲੰਗਰ ਚਲਾਇਆ ਜਾਵੇ। ਕੀ ਕੀਤਾ ਜਾਵੇ? ਜਦੋਂ ਲੋਕ ਭੁੱਖੇ ਉਦੋਂ ਲੰਗਰ ਲਾ ਦਿੰਦਾ। ਜਦੋਂ ਲੋਕਾਂ ਦੇ ਜ਼ੁਲਮ ਹੁੰਦਾ, ਗਰੀਬਾਂ ਤੇ ਜ਼ੁਲਮ ਹੁੰਦਾ, ਗਰੀਬ ਲੋਕ ਪਿੱਟਦੇ, ਹਾਏ ਸਾਡੇ ਨਾਲ ਸਰਕਾਰਾਂ ਧੱਕਾ ਕਰਦੀਆਂ, ਤਾਂ ਉਦੋਂ ਫਿਰ ਤੇਗ ਚਲਾ ਦਿੰਦਾ, ਫਿਰ ਤੇਗ ਚੁੱਕ ਲੈਂਦਾ, ਫਿਰ ਸ਼ਸਤਰ ਚੁੱਕ ਲੈਂਦਾ। ਫਿਰ ਤੇ ਦਸ਼ਮੇਸ਼ ਪਿਤਾ ਜੀ ਨੇ ਖੁਦ ਅਰਦਾਸ ਕੀਤੀ ਹੈ, ਦੇਗ ਤੇਗ ਜਗ ਮੈਂ ਦੋ ਚੱਲੇ, ਰਾਖ ਆਪ ਮੁਹਿ ਔਰ ਨਾ ਦਲੇ। ਕਿ ਮੈਨੂੰ ਕੋਈ ਦਲ ਕੇ ਨਾ ਰੱਖ ਦੇਵੇ, ਕੋਈ ਪੈਰਾਂ ਹੇਠਾਂ ਲਤਾੜ ਨਾ ਦੇਵੇ। ਪਰਮਾਤਮਾ ਮੈਂ ਚਾਹੁੰਦਾ ਸਰਬੱਤ ਦਾ ਭਲਾ ਹੋਵੇ। ਇਹ ਗੁਰੂ ਨਾਨਕ ਪਾਤਸ਼ਾਹ ਦੀ ਦੇਗ ਵੀ ਚੱਲਦੀ ਰਹੇ, ਕਿ ਲੰਗਰ ਵੀ ਚੱਲਦਾ ਰਹੇ, ਤੇ ਦੂਸਰੇ ਪਾਸੇ ਤੇਗ ਵੀ ਚੱਲਦੀ ਰਹੇ, ਕਿ ਧਰਮ ਕਾਇਮ ਰਹਿ ਸਕੇ। ਤੁਸੀਂ ਦੇਗ ਵੀ ਚਲਾਉਣੀ ਹੈ ਤਾਂ ਤੇਗ ਵੀ ਚਲਾਉਣੀ ਹੈ। ਜਿਹੜਾ ਹੈ ਇਸ ਗੱਲ ਨੂੰ ਰੋਕੇਗਾ ਉਹਦੇ ਨਾਲ ਸਾਡੀ ਲੜਾਈ ਹੋਏਗੀ, ਝਗੜਾ ਹੋਵੇਗਾ। ਹੋਰ ਸਾਡੀ ਕੋਈ ਲੜਾਈ ਹੈ ਨਹੀਂ। ਤਾਂ ਖਾਲਸੇ ਦਾ ਰਾਜ ਅਸੀਂ ਇਸ ਕਰਕੇ ਮੰਗਦੇ ਹਾਂ ਕਿ ਸਾਡੀ ਦੇਗ, ਸਾਡੀ ਤੇਗ ਚੱਲਦੀ ਰਹੇ, ਸਾਡਾ ਈਮਾਨ ਕਾਇਮ ਰਹਿ ਸਕੇ। ਤੋ ਖਾਲਸਾ ਜੀ ਇਹ ਭਗਤ ਕਬੀਰ ਜੀ ਕਹਿੰਦੇ ਨੇ ਅਬ ਕਾ ਕਥੀਏ ਗਿਆਨ ਵਿਚਾਰਾ,
ਕਿ ਕੁਝ ਲੋਕ ਗੱਲਾਂ ਨਾਲ ਸਮਝਣ ਵਾਲੇ ਹੁੰਦੇ ਨੇ, ਜੋ ਗੱਲਾਂ ਨਾਲ ਨਾ ਸਮਝਣ ਫਿਰ ਆਮ ਕਹਾਵਤ ਹੈ ਕਿ ਡੰਡਾ ਪੀਰ ਹੈ ਵਿਗੜਿਆ ਤਗੜਿਆਂ ਦਾ, ਕਿ ਉਹ ਡੰਡੇ ਨਾਲ ਸੁਧਰਦੇ ਉਂਝ ਨਹੀਂ ਸੁਧਰਦੇ। ਇਸੇ ਤਰ੍ਹਾਂ ਹੀ ਗੁਰੂ ਘਰ ਦੀ ਮਰਿਆਦਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਤੱਕ ਤਾਂ ਬੜਾ ਗਿਆਨ ਸੁਣਾਇਆ ਗਿਆ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਕੋਈ ਹਥਿਆਰ ਨਹੀਂ, ਕੋਈ ਸ਼ਸਤਰ ਨਹੀਂ ਚੁੱਕਿਆ ਗਿਆ। ਜਿਨ੍ਹਾਂ ਲੋਕਾਂ ਨੇ ਗਿਆਨ ਸੁਣ ਕੇ ਸੁਧਰਨਾ ਸੀ ਉਹਦੇ ਸੁਧਰ ਗਏ, ਜਿਹੜੇ ਵਿਗੜੇ ਹੋਏ ਸਨ ਨਹੀਂ ਗੱਲ ਮੰਨਦੇ ਉਹਨਾਂ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਸ਼ਸਤਰ ਉਠਾ ਲਏ। ਫਿਰ ਕੁਝ ਚਿਰ ਵਾਸਤੇ ਸ਼ਾਂਤੀ ਰਹੀ, ਪਰ ਫਿਰ ਔਰੰਗਜ਼ੇਬ ਦਾ ਜ਼ੁਲਮ ਵੱਧ ਗਿਆ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਚੇਚੇ ਤੌਰ ਤੇ ਦਿੱਲੀ ਆਪ ਗਏ ਗੱਲ ਕਰਨ ਵਾਸਤੇ, ਤਾਂ ਔਰੰਗਜ਼ੇਬ ਨਹੀਂ ਗੱਲ ਮੰਨਦਾ, ਆਪਣੀ ਗੱਲ ਤੇ ਅੜਿਆ। ਉਲਟਾ ਸਗੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਹਿੰਦਾ ਕਿ ਤੁਸੀਂ ਮੰਨ ਲਓ, ਦੀਨ ਕਬੂਲ ਕਰ ਲਓ, ਆਪਣਾ ਧਰਮ ਛੱਡੋ। ਤਾਂ ਮਹਾਰਾਜ ਨੇ ਕਿਹਾ ਕਿਵੇਂ ਹੋ ਸਕਦਾ ਕਿ ਅਸੀਂ ਆਪਣਾ ਧਰਮ ਛੱਡ ਦਈਏ, ਤੈਨੂੰ ਆਪਣਾ ਧਰਮ ਪਿਆਰਾ, ਸਾਨੂੰ ਵੀ ਪਿਆਰਾ, ਧਰਮ ਕਿਉਂ ਚੇਂਜ ਕਰ ਦਈਏ? ਧਰਮ ਤੇ ਸਾਰੇ ਸੱਚ ਸਿਖਾਉਂਦੇ ਆ, ਮੁਹੰਮਦ ਸਾਹਿਬ ਨੇ ਸੱਚ ਸਿਖਾਇਆ, ਸਾਡੇ ਗੁਰੂ ਨਾਨਕ ਸਾਹਿਬ ਨੇ ਸੱਚ ਸਿਖਾਇਆ, ਤੇ ਸਾਨੂੰ ਆਪਣਾ ਪਿਆਰਾ, ਤੈਨੂੰ ਆਪਣਾ ਪਿਆਰਾ ਹੋਣਾ ਚਾਹੀਦਾ। ਪਰ ਤੂੰ ਤੇ ਆਪੂ ਵੀ ਧਰਮੀ ਨਹੀਂ ਨਾ, ਤੂੰ ਤੇ ਆਪ ਵੀ ਧਰਮ ਨਹੀਂ ਕਮਾ ਰਿਹਾ। ਤਾਂ ਔਰੰਗਜ਼ੇਬ ਨੂੰ ਇਸ ਗੱਲ ਦਾ ਗੁੱਸਾ ਲੱਗਦਾ, ਉਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਖੂਨ ਕਰਦਾ, ਕਤਲ ਕਰਦਾ ਆਪਣੀ ਤਰਫੋਂ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਵੇਖਦੇ ਆ ਕਿ ਔਰੰਗਜ਼ੇਬ ਵੀ ਤੇ ਔਰੰਗਜ਼ੇਬ ਦੇ ਅਹਿਲਕਾਰ ਵੀ ਤੇ ਪਹਾੜੀ ਰਾਜੇ ਵੀ ਗੱਲਾਂ ਨਾਲ ਮੰਨਣ ਵਾਲੇ ਤਾਂ ਹੈ ਨਹੀਂ, ਹੁਣ ਸਾਨੂੰ ਹੁਣ ਰਣਜੀਤ ਨਗਾਰਾ ਮੜਨਾ ਪੈਣਾ ਤੇ ਰਣਜੀਤ ਨਗਾਰਾ ਖੜਕਾਉਣਾ ਪੈਣਾ। ਫਿਰ ਮਹਾਰਾਜ ਨੇ ਰਣਜੀਤ ਨਗਾਰਾ ਮੜਿਆ, ਬਹੁਤ ਵੱਡਾ, ਤੇ ਨਗਾਰਾ ਖੜਕਾਇਆ, ਕਿਹਾ ਕਿ ਹੁਣ ਜੂਝਣਾ ਹੈ। ਹੁਣ ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਹੂ ਨਾ ਛਾੜੈ ਖੇਤ। ਹੁਣ ਇਹ ਖੇਤ ਰਲ ਗਿਆ, ਹੁਣ ਇਹ ਪੁਰਜਾ ਕੱਟ ਕੇ ਮਰਨਾ ਹੈ। ਬਹੁਤ ਜ਼ਿਆਦਾ ਅਸੀਂ ਲੰਗਰ ਲਾ ਲਏ ਨੇ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੱਕ ਤਾਂ ਲੰਗਰ ਲੱਗਦੇ ਰਹੇ। ਅਨੰਦਪੁਰ ਅੱਜ ਵੀ ਹੋਲੇ ਮਹੱਲੇ ਕਿੰਨੇ ਲੰਗਰ ਲੱਗਦੇ, ਮਰਿਆਦਾ ਹੈ। ਪਰ ਮਹਾਰਾਜ ਨੂੰ ਪਤਾ ਸੀ ਕਿ ਜਦੋਂ ਅਸੀਂ ਨਗਾਰਾ ਖੜਕਾਇਆ ਲੰਗਰ ਸਾਡੇ ਬੰਦ ਹੋ ਜਾਣੇ ਆ। ਤਾਂ ਘੇਰਾ ਪਾਇਆ ਵੀ ਅਨੰਦਪੁਰ ਨੂੰ ਉਹਨਾਂ ਨੇ, ਲੰਗਰ ਬੰਦ ਹੋ ਗਏ, ਅੰਦਰ ਭੁੱਖ ਨਾਲ ਸਿੰਘ ਮਰ ਰਹੇ ਨੇ, ਘੋੜੇ ਮਰ ਰਹੇ ਨੇ। ਪਰ ਮਹਾਰਾਜ ਨੇ ਹੁਣ ਜੂਝਣਾ ਹੈ, ਹੁਣ ਸਮਾਂ ਹੀ ਇਸ ਤਰ੍ਹਾਂ ਦਾ ਬਣ ਗਿਆ ਹੈ। ਤਾਂ ਸਮੇਂ ਮੁਤਾਬਕ ਕਦੀ ਅਸੀਂ ਦੇਗ ਚਲਾਉਂਦੇ ਹਾਂ, ਤਾਂ ਸਮੇਂ ਮੁਤਾਬਕ ਅਸੀਂ ਕਿਸੇ ਟਾਈਮ ਤੇਗ ਚਲਾਉਂਦੇ ਹਾਂ। ਦੇਗ ਉਹਨਾਂ ਲੋਕਾਂ ਵਾਸਤੇ ਹੁੰਦੀ ਹੈ ਜੋ ਗਿਆਨ ਦੀ ਗੱਲ ਨੂੰ ਸਮਝਦੇ ਹੈ, ਜੋ ਜਾਣਦੇ ਆ ਕਿ ਹਾਂ ਪਰਉਪਕਾਰ ਕੀ ਹੁੰਦਾ, ਭਲਾ ਕੀ ਹੁੰਦਾ ਹੈ। ਜਿਹੜੇ ਮੂਰਖ ਲੋਕ ਇਹ ਸੋਚਣ ਕਿ ਸਿੱਖ ਤਾਂ ਡਰਦੇ ਹੋਏ ਜੀ ਲੰਗਰ ਲਾਈ ਜਾਂਦੇ ਆ, ਸਿੱਖਾਂ ਦੀਆਂ ਰਸਤਾਂ ਵੀ ਲੁੱਟ ਲਓ, ਇਹਨਾਂ ਅਨਾਜ ਵੀ ਲੁੱਟ ਲਓ, ਇਹਨਾਂ ਨੂੰ ਭੁੱਖੇ ਮਾਰੋ, ਫਿਰ ਉਹਦੇ ਵਾਸਤੇ ਅਸੀਂ ਫਿਰ ਤੇਗ ਵੀ ਚੁੱਕਦੇ ਹਾਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਹ ਜਿਹੜਾ ਸ਼ਬਦ ਹੈ ਫਿਰ ਇਹਦੀ ਵਿਚਾਰ ਲਗਾਤਾਰ ਜਾਰੀ ਰਹੇਗੀ। ਪਰ ਸਮਾਂ ਹੋ ਗਿਆ, ਵਿਚਾਰ ਨੂੰ ਵਿਸ਼ਰਾਮ ਦਿੰਦੇ ਹਾਂ। ਫੁੱਲਾਂ ਚੱਕਾਂ ਦੇ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।